ਮਸਲਨ ਇਹ ਵੇ ਬੱਕਰੀਆਂ ਜਿਹੜੀਆਂ ਨੇ ਸਹੀ ਸਲਾਮਤ ਰਹੇ, ਇਹਨਾਂ ਦੇ ਵਿੱਚ ਭੁੱਖ ਕੋਈ ਨਹੀਂ ਤੇ ਅੱਲਾ ਦਾ ਬੜਾ ਇਹਨਾਂ ਦੇ ਕਰਮ ਹੁੰਦਾ ਵੇ ਤੇ ਜ਼ਿੰਦਾ ਇਹ ਬੱਕਰੀਆਂ ਦੇ ਵਿੱਚ ਕੋਈ ਬਿਮਾਰੀ ਮੀਂਹ ਝਾਂਜਾ ਨਾ ਇਹਦੇ ਸੋਨੇ ਦੀਆਂ ਰੋਟੀਆਂ ਵੀ ਖਵਾ ਛੱਡਦੀਆਂ। ਤੇ ਇਹ ਤੁਸੀਂ ਇਹਨੂੰ ਕਪੜਾ ਚਾੜਿਆ ਦੀ ਕੀ ਵਜ੍ਹਾ ਹੈ? ਇਹਦੀ ਵਜ੍ਹਾ ਇਹ ਵੇ ਮਸਲਨ ਅਸੀਂ ਬੱਕਰੀਆਂ ਆਪਣੀ ਬਾਹਰ ਛੇਤੀ ਕਰਾਉਂਦੇ ਆ ਨਵੇਂ ਦੁੱਧ, ਜੇ ਇਹਨਾਂ ਨੂੰ ਹੁਣ ਕਰਾਈਏ ਤੇ ਬੱਕਰੀਆਂ ਡਬਲ ਸੁਆ ਪੈ ਜਾਂਦੀਆਂ, ਬੱਕਰੀਆਂ ਕਿਹੜੀਆਂ ਨੇ ਲਿੱਸੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਖੁਰਦੀਆਂ ਨੇ। ਮਸਲਨ ਹੁਣ ਇਹ ਤਾਂ ਇਹਨੂੰ ਪਾਬੰਦੀ ਲਾਈ ਆ ਵੀ ਅੱਗੋਂ ਬੱਕਰੀ ਨਾ ਕਰੇ, ਅੱਗੋਂ ਬੱਕਰੀਆਂ ਆਪਣਾ ਵਜੂਦ ਬਣਾਉਣ, ਤਗੜੀਆਂ ਹੋਣ। ਅਸੀਂ ਸਾਲ 'ਚ ਇੱਕ ਸੁਆ ਲੈਂਦੇ ਆ, ਅਸਾਂ ਦੁੱਧ ਇਹਨਾਂ ਦਾ ਦੇਣਾ ਹੁੰਦਾ। ਇਹਨਾਂ 'ਚ ਇਹ ਬੱਚੇ ਜਿਹੜੇ ਵਿੱਚ ਲੇਲੇ ਪਾਲ ਲੈਂਦੇ ਆ, ਈਦ ਤੇ ਸਾਡੇ ਕੋਲ 6-7 ਲੱਖ ਦੇ ਵਿਕ ਜਾਂਦੇ ਨੇ। ਅੱਗੋਂ ਕਿਹੜਾ ਦੁੱਧ ਵੇਚਦੇ ਆ, ਉਹ ਦੁੱਧ ਇਹ ਸੇਲ ਮਹੀਨੇ ਦੀ ਕੋਈ 30,000 ਕੋਈ 60,000 70,000 ਨਿਕਲ ਜਾਂਦੀ ਸਾਲ ਦੇ ਵਿੱਚ। ਦੱਸਾਂ ਨੇ ਕੋਈ 25-26 ਵੱਧਦੀਆਂ, 25-26 ਵੱਧਦੀਆਂ। ਇਹ ਕਿੱਲੇ ਤੇ ਲੱਕੜੀ ਤੇ ਬਾਹਰ ਬੱਕਰੀ ਜੇ, ਇਹ ਚੁਗਦੀ ਫਿਰਦੀ ਖੁਸ਼ ਰਹਿੰਦੀ ਏ। ਤੇ ਉਹਨਾਂ ਆਖਿਆ ਊਠਾਂ ਦੇ ਸਦਾ ਕਰ ਜਾਈ ਤੇ ਮਈਆਂ ਵਾਲੇ ਅੱਤੇ, ਬੱਕਰੀਆਂ ਦੇ ਸਦੇ ਸਵਾਲੇ ਮਰ ਜਾਣ ਸਭੇ। ਇਹਨਾਂ ਦੇ ਵਿੱਚ ਅੱਲਾ ਬੜਾ ਦਿੰਦਾ। ਸਾਡੇ ਨਬੀਆਂ ਪਕੰਬਰਾਂ ਝਾੜੀਆਂ ਨੇ, ਨਾ ਅਸੀਂ ਆ ਨਬੀ ਦੀ ਸੁਨਤ ਪੂਰੀ ਕਰਨੇ ਆ ਤੇ ਨਾ ਇਹ ਕਿਹੜਾ ਇਹਨਾਂ ਦੀ ਝਾੜਨ ਵਾਲਾ ਉਹਨੂੰ ਵੀ ਬਰਕਤ ਤੇ ਬੱਕਰੀਆਂ ਦੀ ਵੀ ਬਰਕਤ। अस्सलाम वालेकुम। वालेकुम सलाम सर की हाल है? ठीक ठाक। जनाब दा की नाम है? जवेद। जवेद साहब इलाका केड़ा जे? हुंदल, जिला सियालकोट। हाँ जी। माशाअल्लाह किन्ने अरसे तो तुसी बकरियां दा काम करदे हो पे? ये बचपन तो मैं स्कूलों गया, 5वीं दे विचों छड्डिया सी ते दादे नाल चारियां ने, अपने प्यो नाल चारियां ने ते मेरा बचपन दा शौक ही ये वे बकरियां दा। माशाअल्लाह कोई काम नहीं कीता। ਤੇ ਸਰ ਤੁਹਾਡਾ ਇਸ ਤੋਂ ਪਹਿਲੇ ਵੀ 1-2 ਇੰਟਰਵਿਊ ਹੋਇਆ ਹੈ, ਤੁਸੀਂ ਕੀ ਸਮਝਦੇ ਜਿਹੜਾ ਤੁਹਾਡਾ ਸ਼ੌਕ ਹੈ ਕਿੰਜ ਦਾ ਹੈ, ਜਾਂ ਤੁਸੀਂ ਕੋਈ ਐਸੀ ਗੱਲ ਜਿਹੜੀ ਰਹਿ ਗਈ ਹੈ ਪਹਿਲੇ ਨਹੀਂ ਕੀਤੀ, ਸਾਡੇ ਨਾਜ਼ਰੀਨ ਨੂੰ ਦੱਸੋ ਜਿਹੜੀ ਕੋਈ ਅਹਿਮ ਗੱਲ ਹੈ। ਮਸਲਨ ਇਹ ਵੇ ਬੱਕਰੀਆਂ ਜਿਹੜੀਆਂ ਨੇ ਸਹੀ ਸਲਾਮਤ ਰਹੇ, ਇਹਨਾਂ ਦੇ ਵਿੱਚ ਭੁੱਖ ਕੋਈ ਨਹੀਂ ਤੇ ਅੱਲਾ ਦਾ ਬੜਾ ਇਹਨਾਂ ਦੇ ਕਰਮ ਹੁੰਦਾ ਵੇ ਤੇ ਜ਼ਿੰਦਾ ਇਹ ਬੱਕਰੀਆਂ ਦੇ ਵਿੱਚ ਕੋਈ ਬਿਮਾਰੀ ਮੀਂਹ ਝਾਂਜਾ ਨਾ ਇਹਦੇ ਸੋਨੇ ਦੀਆਂ ਰੋਟੀਆਂ ਵੀ ਖਵਾ ਛੱਡਦੀਆਂ। ਮਾਸ਼ਾਅੱਲਾ। ਹਾਂਜੀ। ਤੇ ਇਹ ਮਾਲ ਦੇ ਵਿੱਚ ਭੁੱਖ ਕੋਈ ਨਹੀਂ। ਤੇ ਸਰ ਕੀ ਵਜ੍ਹਾ ਹੁੰਦੀ ਹੈ ਇਹ ਜਿਹੜਾ ਮਾਲ ਹੈ ਨਾਜ਼ੁਕ ਹੈ ਤਾਂ ਸਰਦੀਆਂ ਵਿੱਚ ਜ਼ਾਇਆ ਹੁੰਦਾ ਜਾਂ ਉਹਦਾ ਸਰਦੀਆਂ ਦੇ ਵਿੱਚ ਇਹਨਾਂ ਨੂੰ ਠੰਡ ਪੈਂਦੀ ਹੈ, ਇਹਨਾਂ ਨੂੰ ਤਵੱਜੋ ਦੇਣੀ ਪੈਂਦੀ ਹੈ। ਤੇ ਨੰਬਰ 1 ਸਿਆਲ ਦੇ ਵਿੱਚ ਇਹਨਾਂ ਨੂੰ ਪਿੱਪਲ ਜਿੰਨਾ ਖਾਣ, ਸ਼ਰੀਂ ਜਿੰਨਾ ਖਾਣ, ਬੇੜੀ ਜਿੰਨੀ ਖਾਣ, ਸੁੱਕਾ ਭੱਠਾ ਖਾਣ, ਹਰਾ ਨਾ ਖਾਣ। ਹਰਾ ਖਾਂਦੀਆਂ ਨੇ ਤੇ ਉਹਨਾਂ ਦੇ ਨਾਲ ਇਹਨਾਂ ਦੇ ਜੋੜਾਂ ਦੇ ਵਿੱਚ ਠੰਡ ਹੋ ਜਾਂਦੀ ਹੈ ਤੇ ਫਿਰ ਬੱਕਰੀਆਂ ਕਿੰਨੀਆਂ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ। ਯਾਨੀ ਕਿ ਜ਼ਿਆਦਾ ਨੁਕਸਾਨ ਸਰਦੀ ਵਿੱਚ ਹੁੰਦਾ ਤੇ ਠੰਡ ਦੀ ਵਜ੍ਹਾ ਤੋਂ। ਠੰਡ ਦੀ ਵਜ੍ਹਾ ਨਾਲ ਤੇ ਉਹ ਜਿਹੜੀ ਨਹੀਂ ਇਹਨਾਂ ਨੂੰ ਗਰਮੈਸ਼ ਮਿਲੇ। ਅੱਛਾ, ਯਾਨੀ ਕਿ ਉਹ ਗਜ਼ਾਵਾਂ ਇਹਨਾਂ ਨੂੰ ਗਰਮ ਖਿਲਾਓ। ਹਾਂਜੀ। ਇਹਨਾਂ ਦੀ ਸਿਹਤ ਅੱਛੀ ਰਹੇ, ਗਰਮੈਸ਼ ਹੋਏ ਤੇ ਬਚ ਜਾਣ। ਹਾਂਜੀ। ਤੇ ਜ਼ਿਆਦਾ ਜਿਹੜੀਆਂ ਜ਼ਾਇਆ ਨੇ ਸਰਦੀਆਂ 'ਚ ਹੁੰਦੀਆਂ ਨੇ ਜਾਂ ਕਿ ਗਰਮੀਆਂ 'ਚ ਵੀ ਕੋਈ ਨੁਕਸਾਨ ਹੁੰਦਾ? ਸਰਦੀਆਂ 'ਚ ਬਹੁਤੀਆਂ ਹੁੰਦੀਆਂ ਨੇ, ਗਰਮੀਆਂ 'ਚ ਇਹਨਾਂ ਨੂੰ ਕਿੰਨਾ ਇਹਨਾਂ ਦੀ ਖੁਰੀ ਤੱਪੇ ਉਹਨਾਂ ਇਹ ਤੱਪਦੀਆਂ ਨੇ ਤੇ ਇਹਨਾਂ ਦੇ ਅੱਲਾ ਦੀ ਰਹਿਮਤ ਹੋ ਜਾਂਦੀ ਹੈ, ਇਹਨਾਂ ਦੇ ਕੋਈ ਮੀਂਹ ਝਾਂਜਾ ਨਹੀਂ ਆਉਂਦਾ। ਹੁਣ ਇਹ ਸਾਡੀਆਂ ਬੱਕਰੀਆਂ ਸਟਾਰ ਖਾਂਦੀਆਂ ਨੇ, ਉਧਰੋਂ ਅੱਲਾ ਤੁਹਾਡਾ ਭਲਾ ਕਰੇ ਬਾਹਰ ਸੋਹਣੇ ਪੱਠੇ ਪੱਕੇ ਖਾਂਦੀਆਂ ਨੇ। ਹੁਣ ਇਹ ਬੱਕਰੀਆਂ ਤਗੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਜੀ ਮਾਸ਼ਾਅੱਲਾ, ਜਾਨਵਰ ਸਾਰੇ ਸਿਹਤਮੰਦ ਨੇ। ਤੇ ਸਰਦੀਆਂ ਵਿੱਚ ਜਿਹੜੀਆਂ ਵੱਡੀਆਂ ਬੱਕਰੀਆਂ ਨੇ ਉਹ ਜ਼ਾਇਆ ਹੁੰਦੀਆਂ ਨੇ ਜਾਂ ਕਿ ਜਿਹੜੇ ਛੋਟੇ ਜਾਨ ਨੇ ਡੇੜੀਆਂ ਬੱਕਰੀਆਂ ਹੁੰਦੀਆਂ ਉਹ? ਹਾਂ, ਉਹਨਾਂ ਨੂੰ ਠੰਡ ਲੱਗ ਜਾਂਦੀ। ਤੇ ਕੁਝ ਲੋਕ ਕਹਿੰਦੇ ਨੇ ਜਿਹੜੇ ਛੋਟੇ ਬੱਚੇ ਨੇ ਉਹ ਵੀ ਨਹੀਂ ਬਚਦੇ। ਉਹ ਵੀ ਨਹੀਂ ਬਚਦੇ, ਉਹਨਾਂ ਨੂੰ ਵੀ ਠੰਡ ਲੱਗ ਜਾਂਦੀ ਹੈ। ਜੇ ਕਣਕ ਵਿੱਚ ਪਾਈ ਜਾਓ ਬੱਕਰੀਆਂ ਨੂੰ, ਫਿਰ ਉਹ ਗਰਮੈਸ਼ ਦੇ ਨਾਲ ਦੁੱਧ ਗਰਮ ਹੁੰਦਾ, ਫਿਰ ਬੱਚੇ ਕਿਹੜੇ ਜ਼ਾਇਆ ਨਹੀਂ ਹੁੰਦੇ। ਤੇ ਜੇ ਉਹਨਾਂ ਆਖੀਏ ਇਹਨਾਂ ਨੂੰ ਠੰਡ ਪੱਠੇ ਹਰੇ ਪਾਈਏ ਫਿਰ ਜ਼ਿਆਦਾ ਨੁਕਸਾਨ ਸ਼ੁਰੂ ਹੋ ਜਾਂਦਾ। ਕੁਝ ਲੋਕ ਹੁੰਦੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਜਿਹੜੀ ਬੱਕਰੀ ਹੈ ਨਾ ਵਾਨੀ ਉਸ ਹਿਸਾਬ ਨਾਲ ਲਵਾਓ ਕਿ ਸਰਦੀਆਂ ਵਿੱਚ ਨਾ ਸੂਣ। ਉਹ ਭਾਈ ਐ ਨਾ ਸਾਡੇ ਵੱਡੇ ਜਿਹੜੇ ਸਾਡਾ ਪਿਓ ਦਾਦਾ ਉਹ ਅੱਧ ਭਾਦਰੋਂ ਲਵਾਉਂਦੇ ਹੁੰਦੇ ਆ ਬੱਕਰੀਆਂ। ਅੱਧ ਭਾਦਰੋਂ। ਤੇ ਇਹ ਜਿਹੜਾ ਅੱਗੋਂ ਮਸਲਨ ਚੇਤਰ ਅੱਧ ਦੇ ਵਿੱਚ ਸੂ ਪਾਉਂਦੀਆਂ ਤੇ ਉਹ ਫਿਰ ਇਹ ਠੰਡ ਖਤਮ ਹੋ ਜਾਂਦੀ ਤੇ ਬੱਕਰੀਆਂ ਦੇ ਜਾ ਕੇ ਇਹਨੇ ਬੱਚੇ ਦੇ ਸ਼ੁਰੂ ਹੋ ਜਾਂਦੇ ਆ। ਅੱਛਾ। ਹਾਂਜੀ ਠੀਕ ਹੈ। ਇਹ ਜਿਹੜਾ ਬਰੀਡਰ ਹੈ ਤੁਹਾਡਾ ਮਾਸ਼ਾਅੱਲਾ ਤੁਸੀਂ ਬੜਾ ਤਿਆਰ ਕੀਤਾ ਹੈ। ਹਾਂਜੀ। ਇਹਦੀ ਖੁਰਾਕ ਕੀ ਹੈ ਜਿਹੜੀ ਦੂਸਰੀ ਬੱਕਰੀਆਂ ਦੀ? ਦੁੱਧ ਦੇ ਵਿੱਚ ਦਾਲ ਪਿਓ ਰੋਜ਼ਾਨਾ। ਹਾਂਜੀ। ਕਿੰਨੀ ਦਾਲ ਲੈਂਦੇ ਹੋ? ਦਾਲ ਇਹਦੇ ਅੱਧਾ ਕਿਲੋ ਪਾਈ ਦੀ ਵਿੱਚ ਤੇ ਕੋਈ 200 ਦੁੱਧ ਪਾ ਦਾਲ ਚਣਾ। ਹਾਂਜੀ ਠੀਕ ਹੈ। ਇੱਕ ਦੋਸਤ ਨੇ ਉਹਨਾਂ ਗੱਲ ਕੀਤੀ ਸੀ ਕਿ ਜਿਹੜੇ ਬੱਚੇ ਨੇ ਮਾਂ ਦਾ ਦੁੱਧ ਨਾ ਪੀਤਾ ਹੋਏ ਉਹ ਚੰਗਾ ਬਰੀਡਰ ਨਹੀਂ ਬਣਦਾ। ਬਾਹਰ ਮਾਂ ਦੇ ਦੁੱਧ ਚ ਪਾਵਰ ਬੜੀ ਹੈ। ਇਹ ਜਿਹੜਾ ਅੱਛਾ ਬਰੀਡਰ ਬਣਾਉਣ ਵਾਸਤੇ ਉਹਨੂੰ ਕਿੰਨੇ ਮਹੀਨੇ ਦੁੱਧ ਪੂਰਾ ਮਾਂ ਦਾ ਛੱਡ ਛੜੀ ਲੈ ਤੂੰ ਪੀਣਾ, ਤੂੰ ਹੀ ਪੀਣਾ, ਹਾਨੀ ਸਾਡੇ ਦੇ ਹਰਾਮ ਤੇਰੇ ਲਈ ਹਲਾਲ। ਜ਼ਿੰਦਾਬਾਦ। ਤੇ ਜਿਹੜੇ ਦੋਸਤ ਈਦ ਵਾਸਤੇ ਬੱਕਰੇ ਰੱਖਦੇ ਨੇ ਹਾਂਜੀ ਉਹ ਚਾਹੁੰਦੇ ਨੇ ਕਿ ਬੱਕਰੇ ਮੋਟੇ ਹੋਣ, ਫਰਬਾ ਹੋਣ, ਉਹ ਕੀ ਖਿਲਾਣ ਪਲਾਨ ਉਹਨਾਂ ਨੂੰ? ਉਹ ਖਲ ਦੇ ਵਿੱਚ ਕਣਕ ਭਿਉਂ ਕੇ ਖਾਣ, ਉਹ ਪਾਣ ਦੇ ਉਹਨਾਂ ਨੂੰ ਤੇ ਬਿਲਕੁਲ ਫੁੱਲਣ ਦੇ। ਇਹ ਖਲ ਕਿਹੜੀ? ਖਲ ਵਿੜੇਵਿਆਂ ਦੀ ਤੇ ਵਿੱਚ ਕਣਕ ਪਾ ਲੈਣ। ਰੋਜ਼ਾਨਾ ਕਿੰਨੀ ਕਣਕ ਤੇ ਕਿੰਨੀ ਖਲ? ਇਹਨਾਂ ਨੂੰ ਐਡੇ ਬੱਕਰੇ ਨੂੰ ਕਿਲੋ ਚਾਹੀਦੀ ਹੈ ਤੇ 2 ਹੋਲੇ ਨੂੰ ਅੱਧਾ ਕਿਲੋ।
ਅੱਛਾ, ਯਾਨੀ ਕਿ ਉਹਦੀ ਜਿਸਾਮਤ ਦੇ ਹਿਸਾਬ ਨਾਲ। ਹਾਂਜੀ। ਤੇ ਇਹ ਤੁਸੀਂ ਇਹਨੂੰ ਕਪੜਾ ਚਾੜਿਆ ਦੀ ਕੀ ਵਜ੍ਹਾ ਹੈ? ਇਹਦੀ ਵਜ੍ਹਾ ਇਹ ਵੀ ਮਸਲ ਅਸੀਂ ਬੱਕਰੀਆਂ ਆਪਣੀ ਬਾਹਰ ਛੇਤੀ ਕਰਾਉਂਦੇ ਆ ਨਵੇਂ ਦੁੱਧ। ਜੇ ਇਹਨਾਂ ਨੂੰ ਹੁਣ ਕਰਾਈਏ ਤੇ ਬੱਕਰੀਆਂ ਡਬਲ ਸੁਆ ਪੈ ਜਾਂਦਾ, ਫਿਰ ਬੱਕਰੀਆਂ ਕਿਹੜੀਆਂ ਨੇ ਲਿੱਸੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਖੁਰਦੀਆਂ ਨੇ। ਮਸਲਨ ਹੁਣ ਇਹ ਤਾਂ ਇਹਨੂੰ ਪਾਬੰਦੀ ਲਾਈ ਹੈ ਵੀ ਅੱਗੋਂ ਬੱਕਰੀ ਨਾ ਕਰੇ, ਅੱਗੋਂ ਬੱਕਰੀਆਂ ਆਪਣਾ ਵਜੂਦ ਬਣਾਉਣ, ਤਗੜੀਆਂ ਹੋਣ। ਅਸੀਂ ਸਾਲ 'ਚ ਇੱਕ ਸੁਆ ਲੈਂਦੇ ਆ, ਅਸਾਂ ਦੁੱਧ ਇਹਨਾਂ ਦਾ ਦੇਣਾ ਹੁੰਦਾ। ਮਾਸ਼ਾਅੱਲਾ। ਇਹ ਇਹਨਾਂ ਦਾ ਦੁੱਧ ਤੁਸੀਂ ਕਿੰਨਾ ਕੁ ਸੇਲ ਕਰ ਲੈਂਦੇ ਹੋ? ਦੁੱਧ ਇਹਨਾਂ ਤੋਂ ਮਨ ਡੇਢ ਚੋਂਦੇ ਰਹੇ ਆ ਰੋਜ਼ਾਨਾ ਦਾ? ਹਾਂਜੀ। ਇਹ ਕਿੰਨੀਆਂ ਬੱਕਰੀਆਂ ਤੋਂ? ਬੱਕਰੀਆਂ ਇਹ ਹੈ ਨੇ ਕੋਈ 40-42 ਹੁੰਦੀਆਂ। ਤੇ ਇਹ ਦੁੱਧ ਦਾ ਰੇਟ ਕੀ ਮਿਲਦਾ ਹੈ? ਇੱਥੇ ਦੁੱਧ ਵਿੱਚ ਵੇਖਦਾ ਜੇ 100 ਵੀ ਵਿਕ ਜਾਂਦਾ, 60 ਵੀ ਵਿਕ ਜਾਂਦਾ, 70 ਵੀ। ਮਤਲਬ ਇਹ ਦਾ ਬੁਤਾਈ ਹੈ। ਇਹ ਘਰਾਂ ਵਾਲੇ ਲਿੰਦੇ ਨੇ ਜਾਂ ਕਿ ਕੋਈ? ਨਹੀਂ, ਜਿਸ ਬੰਦੇ ਨੂੰ ਕੋਈ ਬਿਮਾਰੀ ਲੱਗੀ ਹੋਏ, ਜ਼ੁਕਾਮ ਹੋ ਜਾਂਦਾ ਜਾਂ ਗਰਮੀ ਹੋਈ, ਜਿਗਰ ਖੂਨ ਨਹੀਂ ਬਣਾਉਂਦਾ, ਜਾਂ ਕੋਈ ਉਹਦੀ ਕੋਈ ਵੀ ਬਿਮਾਰੀ ਹੋਏ, ਕੋਈ ਦੱਸਦੇ ਨੇ, ਉਹ ਸਾਡੇ ਕੋਲ ਆ ਕੇ ਦੁੱਧ ਖਾਂਦੇ। ਅੱਛਾ, ਯਾਨੀ ਕਿ ਇਹ ਜਿਹੜਾ ਦੁੱਧ ਇਹਦੇ ਵਿੱਚ ਸ਼ਫਾ ਬੜੀ ਹੈ, ਕਈ ਬਿਮਾਰੀਆਂ ਦਾ ਇਲਾਜ। ਹਾਂਜੀ, ਬੜਾ। ਇਹ ਜੜੀ ਬੂਟੀਆਂ ਖਾਂਦੀਆਂ ਨੇ। ਹਰ ਪੌਦੇ ਦਾ ਨਾ ਸਿਰ ਖਾਣਾ ਹੁੰਦਾ, ਕਿਹੜਾ ਵੀ ਪੌਦਾ ਇਹਦਾ ਨਾ ਸਿਰ ਖਾਣਾ, ਇਹਨਾਂ ਜ਼ਹਿਰ ਨੂੰ ਵੀ ਚੱਕ ਕੱਢ ਮਾਰਨਾ, ਇਹਨਾਂ ਪਿਛਾ ਨਹੀਂ ਹਟਣਾ। ਉਹ ਵਜ੍ਹਾ ਕੋਈ ਬੂਟੀ ਐਸੀ ਹੁੰਦੀ ਜਿਹਦੀ ਸ਼ਫਾ ਹੁੰਦੀ ਹੈ ਤੇ ਅੱਲਾ ਕਰਮ ਕਰ ਦਿੰਦਾ। ਤੁਸੀਂ ਜ਼ਿਕਰ ਕੀਤਾ ਤੁਸੀਂ ਇਹਨਾਂ ਦਾ ਦੁੱਧ ਵੀ ਸੇਲ ਕਰਦੇ ਹੋ, ਬੱਚਿਆਂ ਨੂੰ ਵੀ ਛੱਡਦੇ ਹੋ, ਫਿਰ ਤੁਸੀਂ ਕੀ ਹਿਸਾਬ ਰੱਖਦੇ ਹੋ? ਕਿੰਨੇ ਮਹੀਨੇ ਬੱਚੇ ਨੂੰ ਪਿਲਾਉਂਦੇ ਹੋ ਤੇ ਕਿੰਨੇ ਮਹੀਨੇ ਤੁਸੀਂ? 3 ਮਹੀਨੇ ਬੱਚਾ ਦੁੱਧ ਪੀਂਦਾ। ਤੇ ਬਾਅਦ ਚ ਬੱਕਰੀ ਤੁਹਾਨੂੰ ਕਿੰਨੇ ਮਹੀਨੇ ਦੁੱਧ ਦੇਈ ਜਾਂਦੀ? ਸਾਨੂੰ ਬੱਕਰੀ ਦੇਈ ਜਾਂਦੀ ਹੈ ਕੋਈ 5 ਮਹੀਨੇ ਦੁੱਧ। ਮਾਸ਼ਾਅੱਲਾ। ਯਾਨੀ ਕਿ ਤੁਸੀਂ ਸਾਲ ਵਿੱਚ ਇੱਕ ਸੁਆ ਲੈਂਦੇ ਹੋ? ਸੁਆ ਲੈਂਦੇ। ਤੇ ਜਿਹੜੀ ਬੱਕਰੀ ਦੁੱਧ ਕੰਮ ਦਿੰਦੀ ਏ, ਹਾਂਜੀ, ਉਹਨੂੰ ਫਿਰ ਕਿਹੜੀ ਕੋਈ ਚੀਜ਼ ਖਿਲਾਉਂਦੇ ਹੋ ਕਿ ਦੁੱਧ ਜ਼ਿਆਦਾ ਦੇ? ਉਹ ਕਣਕ ਕਿਹੜੀ ਹੈ ਭਿਉਂ ਕੇ ਨਾ ਇਹਦੇ ਵਿੱਚ ਪਾਣੀ ਦੇ ਵਿੱਚ ਸਵੇਰ ਦੀ ਭਿੱਜੀ ਹੋਣੀ ਹੈ ਤੇ ਡਿਗਰ ਦੀ ਜਾਨ ਨੂੰ ਕੱਢ ਕੇ ਫਿਰ ਹਵਾ ਲਵਾ ਕੇ ਉਹ ਬੱਕਰੀ ਨੂੰ ਅੱਧਾ ਕਿਲੋ ਕਣਕ ਪਾਣੀ ਹੈ ਜਾਂ ਪਿਆਲੀ ਪਾ ਲਓ। ਉਹ ਫਿਰ ਬੱਕਰੀ ਜਿਹੜੀ ਹੈ ਦੁੱਧੋਂ ਜਿਹੜੀ ਹੈ ਫਿਰ ਹਰੀ ਬਰੀ ਹੋ ਜਾਂਦੀ ਹੈ। ਜ਼ਿੰਦਾਬਾਦ। ਯਾਨੀ ਕਿ ਜਿਹੜੀ ਕਣਕ ਭਿਉਂ ਕੇ ਖਵਾਈਏ ਉਹਦੇ ਫਾਇਦੇ ਜ਼ਿਆਦਾ ਨਹੀਂ? ਹਾਂਜੀ, ਉਹ ਵਿੱਚੋਂ ਸੇਕ ਨਿਕਲ ਜਾਂਦਾ, ਫਿਰ ਦੁੱਧ ਦੀ ਕਣਕ ਹੋ ਜਾਂਦੀ ਹੈ। ਤੇ ਸਰ ਇਸ ਟਾਈਮ ਮਾਸ਼ਾਅੱਲਾ ਤੁਹਾਡੇ ਕੋਲ ਟੋਟਲ ਕਿੰਨੇ ਜਾਨਵਰ ਨੇ? ਮਾਲ ਸਾਡੇ ਕੋਲ ਇਸ ਟਾਈਮ ਹੈ ਕੋਈ 150। ਮਾਸ਼ਾਅੱਲਾ। ਤੇ 150 ਜਾਨਵਰ ਨੂੰ ਤੁਸੀਂ ਕਿੰਨੇ ਬੰਦੇ ਸੰਭਾਲਦੇ ਹੋ? ਬੰਦੇ ਅਸੀਂ 2 ਹੀ ਸੰਭਾਲਦੇ, ਜਾਂ ਤੀਜਾ ਬੱਚਾ ਨਾਲ ਹੁਣ ਰਲਿਆ ਤੇ ਸਿਆਲ ਦੇ ਵਿੱਚ ਅਸੀਂ 2 ਹੀ ਸੰਭਾਲਦੇ ਰਹੇ। ਯਾਨੀ ਕਿ ਤੁਸੀਂ 2 ਬੰਦੇ ਕਾਫੀ ਜ਼ਿਆਦਾ ਜਾਨਵਰ ਆਸਾਨੀ ਨਾਲ ਸੰਭਾਲ ਲੈਂਦੇ ਹੋ? ਸੰਭਾਲ ਸਹੀ। ਅਸਲ ਬੰਦੇ ਮੈਂ ਕਮਾ 3 ਬੰਦੇ ਹੁਣ ਅੱਗੋਂ ਪਿੱਛੋਂ ਕੁੰਝ ਲਾਉਂਦੇ ਨੇ। ਤੇ ਸਰ ਤੁਸੀਂ ਇਹਨਾਂ ਦੀ ਰੋਜ਼ਾਨਾ ਦੀ ਰੁਟੀਨ ਕੀ ਰੱਖੀ ਹੈ? ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੀ ਕੀ ਕੋਈ ਸੇਵਾ ਕਰਦੇ ਹੋ? ਅਸੀਂ ਸਵੇਰੇ ਨਿਕਲਣਾ 10 ਵਜੇ, ਉਧਰੋਂ ਜਿੰਨਾ ਤੱਕ ਇਹ ਮਾਲ ਰਜਣਾ ਨਹੀਂ ਨਾ ਉਹਨਾਂ ਤੱਕ ਸਾਡਾ ਦਿਲ ਨਹੀਂ ਕਰਨਾ ਅਸੀਂ ਪਿੰਡ ਜਾਈਏ। ਸਾਡਾ ਇਹ ਬਾਹਰ ਹੀ ਮੰਜੀ ਬਿਸਤਰਾ ਲੈ ਜਾਈਏ, ਇਹਨਾਂ ਦੇ ਕੋਲ ਹੀ ਸੌ ਰਹੀਏ। ਜਿੰਨਾ ਤੱਕ ਇਹ ਰਜਣ ਨਾ ਉਹਨਾਂ ਤੱਕ ਆਪਣਾ ਬਾਲ ਬੱਚਾ ਆਪਣਾ ਨਹੀਂ ਵੇਖਣਾ। ਆ ਕੇ ਇਹਨਾਂ ਨੂੰ ਰਜਾ ਲਾਣਾ ਤੇ ਫਿਰ ਘਰ ਆਣਾ। ਜ਼ਿੰਦਾਬਾਦ। ਤੇ ਸਾਰਾ ਦਿਨ ਸਿਰਫ ਚਰਾਈ ਕਰਾਉਂਦੇ ਹੋ ਜਾਂ ਕਿ ਕੋਈ ਘਰ ਜਾ ਕੇ ਇਹਨਾਂ ਨੂੰ ਬਾਹਰ ਦੇ ਸਿਰ ਇਹ ਜ਼ਿਮੀਦਾਰਾਂ ਦੇ ਸਿਰ ਤੇ ਬਾਹਰ ਫਿਰਦੀਆਂ ਨੇ? ਮਨੇ ਇਹਨਾਂ ਦੀ ਇੱਕ ਪੈਲੀ ਹੈ, ਸਾਡਾ 100 ਕਿੱਲਾ। ਜਿਹੜੀ ਬਾਈ ਵੀ ਜਾਣਾ ਆਪਣੀ ਪੈਲੀ ਸਮਝਣੀ। ਇਹਨਾਂ ਦੇ ਆਪਣੀ ਆਖਣਾ ਸਾਡੇ ਆ 10 ਕਿੱਲੇ ਆਪਣੇ ਨੇ, ਅਸਾਂ ਇਹ ਨਹੀਂ ਆਖਣਾ ਸਾਡੇ ਆਪਣੇ ਨੇ। ਨਾ ਇਹ ਪੈਲੀ ਇੱਧਰ ਗਏ ਆ ਤੇ ਆਖਣਾ ਸਾਡੀ ਹੋਈ ਹੈ ਪੈਲੀ। 100 ਕਿੱਲਾ ਸਾਡਾ, ਜਿੱਧਰ ਜਾਣਾ ਸਾਡਾ ਹੀ ਹੈ। ਮਾਸ਼ਾਅੱਲਾ। ਯਾਨੀ ਕਿ ਤੁਹਾਡਾ ਫਿਰ ਹਲਾਕ ਵੀ ਅੱਛਾ ਹੈ ਨਾ? ਹਾਂਜੀ। ਲੋਕ ਕੁਛ ਨਹੀਂ ਕਹਿੰਦੇ? ਨਹੀਂ, ਦਾਦੀਆਂ ਪੜਦਾਦੀਆਂ ਸਾਡੇ 4 ਸਿੱਖਾਂ ਦੇ ਵਕਤ ਦੀਆਂ ਝੁਕਦੀਆਂ ਨੇ ਪਈਆਂ ਤੇ ਮਸਲ ਸਾਡੇ ਨਾਲ ਲੋਕ ਤਾਵਨ ਕਰਦੇ ਨੇ, ਇੱਜ਼ਤ ਕਰਦੇ ਨੇ, ਜਿਹੜੀ ਬਾਈ ਜਾਈਏ ਪਿਆਰ ਕਰਦੇ ਨੇ। ਮਤਲਬ ਅਸੀਂ ਵੀ ਨਹੀਂ ਕੋਈ ਗੁੱਸੇ ਰਾਜ਼ੀ ਹੋਈਏ, ਅਸੀਂ ਉਹਨੂੰ ਸਲਾਮ ਕਰਕੇ ਲੰਘ ਜਾਈਏ, ਤੇਰੀ ਮਿਹਰਬਾਨੀ। ਕਾਫੀ ਕੀਮਤੀ ਗੱਲਾਂ ਦੱਸਦੇ ਹੋ। ਪਏ ਇਹ ਦੱਸੋ ਕਿ ਜਾਨਵਰਾਂ ਨੂੰ ਜ਼ਿਆਦਾਤਰ ਬਿਮਾਰੀ ਕਿਹੜੀ ਹੁੰਦੀ ਹੈ? ਅੱਜ ਕੱਲ ਗਰਮੀ ਸ਼ੁਰੂ ਹੋ ਗਈ ਹੈ। ਹਾਂਜੀ। ਗਰਮੀਆਂ 'ਚ ਕਿਹੜੀਆਂ ਬਿਮਾਰੀਆਂ ਨੇ? ਉਹਨਾਂ ਦਾ ਕੋਈ ਦੇਸੀ ਇਲਾਜ ਦੱਸੋ ਜਾਂ ਕੋਈ ਮਿਰਚ ਮਸਾਲਾ ਜਿਹੜਾ ਵਿੱਚ ਬਹੁਤਾ ਲੰਗਾ ਪੈ ਜਾਂਦਾ ਬੱਕਰੀਆਂ ਨੂੰ, ਪੈਰ ਦਬਾਉਣ ਲਾ ਪਾਉਂਦੀਆਂ ਨੇ। ਉਹ ਉਹਨੂੰ ਆਉਂਦੇ ਨੇ ਠੋੜ। ਉਹ ਪੈਰ ਜਿਹੜੇ ਨਾ ਪਿੰਕੀ ਲੈਣੀ ਹੈ ਤੇ ਫਟਕਰੀ ਤੇ ਲੂਣ, ਇਹ ਗਰਮ ਕਰਕੇ ਪਾਣੀ ਵਿੱਚ ਪਾ ਕੇ ਤੇ ਪੈਰ ਧੋਣੇ ਸ਼ੁਰੂ ਕਰ ਦੇਣੇ ਨੇ। ਉਹ ਨਹੀਂ ਤੇ ਕਿਕਰਾਂ ਦਾ ਸੱਕ ਜਾਂ ਜਾਮਨੂਆਂ ਦਾ ਸੱਕ ਜਾਂ ਪਿੱਪਲ ਦਾ ਸੱਕ, ਉਹ ਚੰਗੀ ਤਰ੍ਹਾਂ ਪਾਣੀ ਵਿੱਚ ਗੜਕ ਕੇ ਉਹ ਫਿਰ ਬਾਅਦ ਦੇ ਵਿੱਚੋਂ ਤੁਹਾਂ ਪੈਰ ਧੋਣੇ ਸ਼ੁਰੂ ਕਰ ਦੇਣੇ ਨੇ ਬੱਕਰੀਆਂ ਦੇ, ਬਿਲਕੁਲ ਸਾਫ਼ ਹੋ ਜਾਂਦੇ। ਇਸ ਤੋਂ ਇਲਾਵਾ ਗਰਮੀ 'ਚ ਠੋਰ ਦੇ ਇਲਾਵਾ ਕਿਹੜੀ ਬਿਮਾਰੀ ਹੁੰਦੀ ਹੈ? ਹੋਰ ਹੈ ਗਿੱਲੜ ਛਿੱਲੜ ਹੋ ਜਾਂਦਾ ਜਿਹੜਾ ਨਰੂ ਲੋਕ ਝਾੜਦੇ ਨੇ। ਮੈਂ ਤਵੱਜੋ ਨਹੀਂ ਦਿੰਦੇ ਬੱਕਰੀਆਂ ਵੱਲ, ਜਿੱਥੇ ਮਰਜੀ ਬਾਹਰ ਛੱਡਦੇ ਨੇ। ਮਨੇ ਇਹ ਆਂਦੇ ਨੇ ਖਾਣ ਦਿਓ ਵੇਖੀ ਜਾਏ ਦੀ। ਉਹ ਸਿਆਲ ਦੇ ਵਿੱਚ ਬੱਕਰੀਆਂ ਨੂੰ ਗਿੱਲੜ ਹੋ ਜਾਂਦਾ, ਉਹਨਾਂ ਦਾ ਪਾਣੀ ਦੇ ਛੱਜ ਵਜੂਦ ਹੋ ਜਾਂਦਾ, ਕੰਮ ਨਹੀਂ ਕਰਦਾ, ਡਿੱਗਣੀਆਂ ਸ਼ੁਰੂ ਹੋ ਜਾਂਦੀਆਂ। ਤੇ ਗਿੱਲੜ ਦਾ ਕੋਈ ਦੇਸੀ ਇਲਾਜ ਹੈ ਕਿ ਡਾਕਟਰੀ ਕਰਾਂਦੇ? ਗਿੱਲੜ ਦਾ ਇਲਾਜ ਇਹ ਜੱਲਾ ਭਲਾ ਕਰੇ, ਮੇਥਰੇ ਸੁੱਕੇ ਮੇਥਰੇ ਉਹ ਕਿੰਜ ਇਸਤੇਮਾਲ ਕਰਾਣੇ ਨੇ? ਹਾਂਜੀ, ਸੁੱਕੇ ਖਿਲਾਈ ਜਾਓ। ਸੁੱਕੇ ਮੇਥਰੇ ਪਾਈ ਜਾਓ। ਮਸਲਾ ਮੁੱਠ ਲੈਣੀ ਹੈ, ਮੁੱਠ ਕਣਕ ਦੀ ਲੈਣੀ ਹੈ, ਉਹ ਮਸਲਾ ਉਹਨਾਂ ਨੂੰ ਪਾਈ ਜਾਓ ਤੇ ਅੱਲਾ ਦੀ ਰਹਿਮਤ ਹੋਈ ਰਹੀ। ਜਿਹੜਾ ਬਾਈ ਬਾਦੀ ਜਿਸਮ ਦੇ ਵਿੱਚ ਪਾਣੀ ਹੋਏਦਾ ਉਹ ਖਤਮ ਹੋ ਜਾਏਗਾ।
ਤੇ ਜਾਂ ਦਵਾਈ ਲਿਲਜ਼ੈਨ ਦੇਣੀ ਹੈ ਕਿਰਮਾ ਵਾਲੀ, ਉਹ ਵੀ ਪੇਟ ਸਾਫ਼ ਕਰ ਦਿੰਦੀ ਹੈ। ਤੇ ਸਰ ਇਸ ਤੋਂ ਇਲਾਵਾ ਕੋਈ ਮਿਰਚ ਮਸਾਲਾ ਵੀ ਤਿਆਰ ਕੀਤਾ ਜਿਹੜਾ ਇਹਨਾਂ ਨੂੰ ਖਿਲਾਉਂਦੇ ਹੋ? ਹਾਂਜੀ। ਉਹ ਕਿਹੜਾ ਤਿਆਰ ਕੀਤਾ ਹੈ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਇਸਤੇਮਾਲ ਕੀਤੀਆਂ? ਕਾਲੀ ਜੀਰੀ ਪਾਈ ਹੈ, ਤੁੰਮਾ, ਲੂਣ, ਕਾਲਾ ਲੂਣ, ਇਹ ਅੱਕ ਦੇ ਜਿਹੜੀਆਂ ਜੜ੍ਹਾਂ ਹੁੰਦੀਆਂ ਨੇ ਇਹ, ਵਿੱਚ ਇਹ ਹੋਈ ਜਵੈਣ, ਕਾਲੀ ਮਿਰਚ, ਕਾਲੀ ਜੀਰੀ, ਸਭ ਕੁਝ ਵਿੱਚ ਰਲਾ ਮਿਲਾ ਕਟਾ ਕੇ ਗ੍ਰੈਂਡਰ ਕਰਾ ਕੇ ਰਲਾ ਕੇ ਫਿਰ ਇਹਨਾਂ ਨੂੰ ਮੁੱਠ ਲਾਉਣ ਲਈ ਦੂਜੇ ਦਿਨ ਤੀਜੇ ਦਿਨ ਦਿਹਾੜੀ ਤੇ ਜਾਂ ਪੰਜਵੇਂ ਦਿਨ ਉਹ ਜਿਹੜਾ ਬਾਈ-ਬਾਦੀ ਇਹਨਾਂ ਦੇ ਜਿਸਮ 'ਚ ਨਹੀਂ ਰਹਿੰਦੀ। ਮਾਸ਼ਾਅੱਲਾ, ਬੜਾ ਅੱਛਾ ਦੱਸਿਆ ਨੁਸਖਾ ਤੁਸੀਂ। ਹਾਂਜੀ। ਤੇ ਸਰ ਇਹ ਦੱਸੋ, ਮਾਸ਼ਾਅੱਲਾ ਕਾਫੀ ਮਿਹਨਤ ਕਰਦੇ ਹੋ, ਇੰਨੇ ਮਾਲ ਤੋਂ ਤੁਹਾਨੂੰ ਕੀ ਕੋਈ ਬਚਤ ਹੋਈ ਜਾਂਦੀ ਹੈ? ਇਹਨਾਂ 'ਚ ਇਹ ਬੱਚੇ ਜਿਹੜੇ ਵਿੱਚ ਲੇਲੇ ਪਾ ਲੈਂਦੇ ਈਦ ਤੇ ਸਾਡੇ ਕੋਲ 6-7 ਲੱਖ ਦੇ ਵਿਕ ਜਾਂਦੇ ਨੇ। ਅੱਗੋਂ ਕਿਹੜਾ ਦੁੱਧ ਵੇਚਦੇ ਆ, ਉਹ ਦੁੱਧ ਇਹ ਸੇਲ ਮਹੀਨੇ ਦੀ ਕੋਈ 30,000 ਕੋਈ 60,000 70,000 ਨਿਕਲ ਜਾਂਦੀ। ਅੱਛਾ ਸਰ, ਜਿਹੜੇ ਦੋਸਤ ਵੀਡੀਓ ਵੇਖਦੇ ਨੇ ਪਏ ਉਹ ਤੁਹਾਡੇ ਕੋਲ ਕੋਈ ਜਾਨਵਰ ਖਰੀਦਣਾ ਚਾਹੁੰਦੇ ਨੇ ਜਾਂ ਬੱਕਰੀਆਂ ਦੇ ਮੁਤਲਕ ਕੋਈ ਮਾਲੂਮਾਤ ਲੈਣਾ ਚਾਹੁੰਦੇ ਨੇ, ਤੁਹਾਡੇ ਨਾਲ ਰਾਬਤਾ ਕਰ ਸਕਦੇ ਨੇ? ਇਨਸ਼ਾਅੱਲਾ। ਜਿਹੜਾ ਤੁਹਾਡਾ ਨੰਬਰ ਹੈ ਮੈਂ ਸਕਰੀਨ ਤੇ ਦੇ ਦਾਂਗਾ। ਠੀਕ ਹੈ ਜੀ। ਮਾਸ਼ਾਅੱਲਾ, ਬੜੀ ਕੀਮਤੀ ਗੱਲਾਂ ਦੱਸੀਆਂ ਨੇ। ਆਖਰੀ ਸਵਾਲ ਪੁੱਛਾਂ ਦਾ, ਹਾਂਜੀ, ਜਿਹੜੇ ਦੋਸਤ ਇਹ ਵੀਡੀਓ ਵੇਖਦੇ ਨੇ ਪਏ ਉਹਨਾਂ ਦਾ ਜ਼ੇਨ ਹੈ ਬੱਕਰੀਆਂ ਦਾ ਕੰਮ ਸ਼ੁਰੂ ਕਰਨਾ, ਉਹਨਾਂ ਨੂੰ ਕੋਈ ਅੱਛਾ ਜਿਹਾ ਮੁਖਲਸ ਮਸ਼ਵਰਾ ਦੇ ਦਿਓ। ਉਹਨਾਂ ਦੇ ਮਸ਼ਵਰਾ ਬੰਦਾ ਉੱਤੇ ਕਾਰੀਗਰ ਛੱਡਣ ਬੱਕਰੀਆਂ ਦੇ, ਜਿਹੜਾ ਇਹ ਮਾਲ ਦਾ ਮਹਿਕਮਾ ਹਰ ਸਮਝਦਾ ਹੈ। ਯਾਨ ਬੰਦੇ ਨੂੰ ਨਾ ਛੱਡੇ, ਕਿਉਂ ਉਹ ਬੱਕਰੀਆਂ ਨੂੰ ਡੱਕਾ ਲਾ ਛੱਡਦੇ ਨੇ ਜਿੱਥੇ ਮਰਜੀ, ਚਰਵਾਈ ਉਹਨਾਂ ਨੂੰ ਕਰਨੀ ਨਹੀਂ ਆਉਂਦੀ। ਬੰਦਾ ਉਹ ਛੱਡਣ ਜਿਹੜਾ ਪੂਰਾ ਇਸ ਮਾਲ ਨੂੰ ਸਮਝੇ, ਵਿੱਚ ਫਿਰ ਤੁਰ ਕੇ ਮਾਲ ਦਾ ਹਿਸਾਬ ਕਿਤਾਬ ਲਾਏ, ਕਿਹੜੀ ਬੱਕਰੀ ਨਹੀਂ ਝੁਕਦੀ, ਕਿ ਇਸ ਬੱਕਰੀ ਨੂੰ ਮਸਲਾ ਕੀ ਹੈ, ਉਹ ਜਾ ਕੇ ਆਪਣੇ ਮਾਲਕ ਨੂੰ ਦੱਸੇ, ਭਾਈ ਇਸ ਬੱਕਰੀ ਨੂੰ ਟੀਕਾ ਲਾਓ ਕੋਈ, ਜਾਂ ਇਹਨੂੰ ਕੋਈ ਦਾਰੂ ਦੂਰੂ ਦਿਓ, ਇਹ ਬੱਕਰੀ ਸੈੱਟ ਹੋਏ। ਤੇ ਜਦੋਂ ਉਹਨੇ ਮਸਲਾ ਹੀ ਨਹੀਂ ਉਹਨੂੰ ਦੱਸਣਾ ਮਾਲਕ ਨੂੰ ਕੀ ਪਤਾ ਕਿ ਬੱਕਰੀਆਂ 'ਚ ਨੁਕਸਾਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਯਾਨੀ ਕਿ ਜਾਂ ਖੁਦ ਜਾਣਦਾ ਹੋਏ ਕੰਮ, ਜਾਂ ਜਿਹੜਾ ਬੰਦਾ ਰੱਖਿਆ ਉਹ ਕੰਮ ਨੂੰ ਲਾਜ਼ਮੀ ਜਾਣੇ ਤੇ ਫਿਰ ਕੰਮ ਸ਼ੁਰੂ ਕਰੇ। ਹਾਂਜੀ, ਨਹੀਂ ਤੇ ਉਹਨਾਂ ਤੱਕ ਨਾ ਕਰੇ ਜਿੰਨਾ ਤੱਕ ਉਹਨੂੰ ਇਹ ਕੰਮ ਦਾ ਨਹੀਂ ਹਿਸਾਬ ਕਿਤਾਬ। ਤੇ ਅਗਰ ਕੋਈ ਦੋਸਤ 10 ਬੱਕਰੀਆਂ ਤੋਂ ਕੰਮ ਸ਼ੁਰੂ ਕਰਦਾ ਹੈ, ਹਾਂਜੀ, 10 ਬੱਕਰੀਆਂ ਕਿੰਨੇ ਦੀਆਂ ਹੁੰਦੀਆਂ ਤੇ ਸਾਲ ਵਿੱਚੋਂ ਕਿੰਨੀਆਂ ਹੋਈ ਜਾਂਦੀਆਂ? ਬੱਕਰੀ ਚੰਗੀ ਬੱਕਰੀ ਕਿਹੜੀ ਹੈ 40-42 ਹਜ਼ਾਰ ਦੀ ਆਉਂਦੀ ਹੈ। ਚੰਗੀ ਲਈਏ ਉਦੋਂ ਚੰਗੀ ਲਈਏ 50-60 ਦੀ ਆਉਂਦੀ ਹੈ, ਉਦੋਂ ਹੌਲੀ ਲਈਏ 20-25 ਦੀ ਵੀ ਲੱਭ ਜਾਂਦੀ ਹੈ। ਇਹ ਬਾਹਰ ਹਾਲ ਆਪਣੀਆਂ ਬੱਕਰੀਆਂ ਨੇੜੇ ਥਾਂ ਤੁਰੇ 20-25 ਤੋਂ 20-25 ਦਾ ਤੁਰੇ ਤੇ ਬੱਕਰਾ ਲਿਆ ਕੇ ਚੰਗਾ ਛੱਡੇ, ਭਾਵੇਂ ਲੱਖ ਦਾ ਬੱਕਰਾ ਹੈ, ਹੋਏ ਉੱਚਾ ਲੰਮਾ ਤੇ ਚੰਗੀ ਬੱਕਰੀ ਦਾ ਹੈ, ਜਿਹੜੀ ਥਣ ਵਾਹਣੇ ਦੀ ਚੰਗੀ ਹੋਏ, ਦੁੱਧ ਦੇਣ ਵਾਲੀ ਬੱਕਰੀ ਹੋਏ, ਉਹਦਾ ਬੱਚਾ ਲਿਆ ਕੇ ਛੱਡੇ ਤੇ ਲਬਾਈ ਹੋਏ ਲੇਲੇ ਦੀ, ਅੱਗੋਂ ਫਿਰ ਲੇਲੀਆਂ ਕੀ ਨਸਲ ਬਦਲ ਜਾਂਦੀ ਹੈ ਤੇ ਪਨੀਰੀ ਆਪਣੀ ਵਧਣੀ ਸ਼ੁਰੂ ਹੋ ਜਾਂਦੀ। ਮਾਸ਼ਾਅੱਲਾ। ਤੇ ਉਹ ਜਿਹੜਾ ਦੋਸਤ 10 ਬੱਕਰੀਆਂ ਤੋਂ ਸ਼ੁਰੂ ਕਰਦਾ ਸਾਲ ਵਿੱਚ ਕਿੰਨੀਆਂ ਹੋ ਜਾਂਦੀਆਂ ਨੇ? ਉਹ ਸਾਲ ਦੇ ਵਿੱਚ 2 ਸੂਏ ਡਬਲ ਤੇ ਲਵੇ ਤੇ ਉਹ ਡਬਲ ਬੱਕਰੀਆਂ ਅੱਗੋਂ ਬਣ ਜਾਂਦੀਆਂ ਨੇ। ਇਹਨਾਂ ਦੇ 5 ਮਹੀਨੇ ਬੱਕਰੀ ਸੂੰਦੀ ਹੈ, 5 ਮਹੀਨੇ ਫਿਰ ਇੱਕ ਉਹ ਬੱਕਰੀਆਂ ਕਰਾ ਕੇ ਫਿਰ ਸੁਆ ਲਵੇ। ਅਸੀਂ ਤਾਂ ਸਾਲ 'ਚ ਇੱਕ ਲਿਆਉਂਦੇ ਆ ਨਾ, ਉਹਨੇ ਅੱਗੋਂ ਇਹ ਕੰਮ ਵਧਾਉਣਾ। ਬੱਕਰੀਆਂ ਉਹ ਵਿੱਚ ਹੀ ਸੋੜਦੀਆਂ ਰਹਿਣੀਆਂ, ਦੇ ਵਿੱਚ ਹੀ ਅੱਗੋਂ ਨਸਲ ਵੱਧਦੀ ਰਹਿਣੀ ਹੈ, ਉਹਦੀ ਨਸਲ ਬੜੀ ਹੋ ਜਾਣੀ ਹੈ, ਉਹ ਜਿੰਨੀ ਮਰਜ਼ੀ ਵਧਾ ਸਕਦਾ। ਅੱਛਾ, ਯਾਨੀ ਕਿ 10 ਤੋਂ ਕੋਈ ਤਰੀਕ ਹੋ ਸਕਦੀ ਹੈ ਨਾ ਸਾਲ ਵਿੱਚ? ਸਾਲ ਦੇ ਵਿੱਚ 10 ਦੇ ਕੋਈ 25-26 ਵੱਧਦੀਆਂ, 25-26 ਵੱਧਦੀਆਂ। ਅੱਗੋਂ ਕਿਹੜੇ ਲੇਲੇ ਹੁੰਦੇ ਨੇ ਉਹ ਕੁਰਬਾਨੀਆਂ ਦੇ, ਉਹ ਵੀ ਕੋਈ 13-14-20-22 ਨਿਕਲ ਜਾਂਦੇ। ਮਾਸ਼ਾਅੱਲਾ। ਤੇ ਸਰ ਜਿਹੜੀ ਨਸਲ ਤੁਹਾਡੇ ਕੋਲ ਇਹ ਕਿਹੜੀ ਹੈ? ਇਹ ਸਾਡੀ ਸਿਆਲਕੋਟੀ ਦੇਸੀ ਜੀ। ਸਾਰੀਆਂ ਇਹਦੀ ਕੋਈ ਪਹਿਚਾਣ ਦੱਸੋ ਨਾ, ਜਿਹੜੀ ਸਿਆਲਕੋਟੀ ਦੇਸੀ? ਪਹਿਚਾਣ ਇਹ ਕੱਕੀਆਂ ਬੂੜੀਆਂ ਹੁੰਦੀਆਂ, ਖੱਟੀਆਂ ਚੀਨੀਆਂ ਹੁੰਦੀਆਂ, ਕੰਨ ਇਹਨਾਂ ਦੇ ਲੰਮੇ ਹੁੰਦੇ, ਨਕੋੜੇ ਇਹਨਾਂ ਦੇ ਤੋਤੇ ਵਾਂਗਰ ਹੁੰਦੇ, ਤੇ ਨੰਬਰ 1 ਲਬਾਈਆਂ ਇਹਨਾਂ ਦੀਆਂ ਚੰਗੀਆਂ ਤੇ ਦਿਨਾਂ 'ਚ ਵਧਣ ਦੀਆਂ ਜਿੰਨੀ ਗੰਦਲ ਵੱਧਦੀ। ਜੀ ਸਰ, ਬਹੁਤ ਸ਼ੁਕਰੀਆ ਜਨਾਬ, ਤੁਸੀਂ ਬੜੀਆਂ ਕੀਮਤੀ ਗੱਲਾਂ ਦੱਸੀਆਂ ਨੇ। ਹਾਂਜੀ, ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਮਜ਼ੀਦ ਇਜ਼ਾਫਾ ਤਾ ਫਰਮਾਏ। ਅੱਲਾਹ ਹਾਫਿਜ਼। ਅੱਛਾ ਜੀ, ਰੱਬ ਰਾਖਾ ਜੀ।